ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਤੇ ਆਪਾਂ ਕਰ ਰਹੇ ਸੀ ਪੰਜਾਬੀ ਦੀ ਇੰਪੋਰਟੈਂਟ ਕੁਐਸਚਨ ਦੀ ਸੀਰੀਜ਼, ਤੇ ਇਸ ਤੋਂ ਪਹਿਲਾਂ ਆਪਾਂ 10 ਵੀਡੀਓ ਕਰ ਚੁੱਕੇ ਹਾਂ। ਅੱਜ ਆਪਣੀ 11ਵੀਂ ਵੀਡੀਓ ਹੈ। ਤੇ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਦਬਾ ਲਓ ਤਾਂ ਜੋ ਕੋਈ ਵੀ ਨਵੀਂ ਵੀਡੀਓ ਅਪਲੋਡ ਕਰਾਂ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤੇ ਅੱਜ ਦਾ ਆਪਣਾ ਪਹਿਲਾ ਪ੍ਰਸ਼ਨ ਹੈ, ਆਤਮਾ ਦਾ ਕਵੀ ਪੰਜਾਬੀ ਦੇ ਕਿਸ ਕਵੀ ਨੂੰ ਕਿਹਾ ਜਾਂਦਾ ਹੈ? ਬਾਵਾ ਬਲਵੰਤ, ਪੂਰਨ ਸਿੰਘ, ਮੋਹਨ ਸਿੰਘ, ਭਾਈ ਵੀਰ ਸਿੰਘ। ਤਾਂ ਜਿਹੜਾ ਆਤਮਾ ਦਾ ਕਵੀ ਆ ਉਹ ਕਿਹਾ ਜਾਂਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ। ਅਗਲਾ ਪ੍ਰਸ਼ਨ ਹੈ, ਪੰਜਾਬੀ ਕਿੱਸਾ ਕਾਵਿ ਦਾ ਖੋਜਕਾਰ ਕੌਣ ਹੈ? ਰਤਨ ਸਿੰਘ ਜੱਗੀ, ਬਿਕਰਮ ਸਿੰਘ ਘੁੰਮਣ, ਤਾਰਨ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ। ਪੰਜਾਬੀ ਕਿੱਸਾ ਕਾਵਿ ਦਾ ਜਿਹੜਾ ਖੋਜਕਾਰ ਆ ਉਹ ਹੈ ਬਿਕਰਮ ਸਿੰਘ ਘੁੰਮਣ। ਕਿਸ ਕਵੀ ਨੇ ਹਾਸ ਵਿਅੰਗ ਦੀ ਸ਼ੈਲੀ ਵਿੱਚ ਹੀਰ ਰਾਂਝੇ ਬਾਰੇ ਕਾਵਿ ਰਚਨਾ ਕੀਤੀ ਸੀ? ਚਰਨ ਸਿੰਘ ਸ਼ਹੀਦ, ਸੂਬਾ ਸਿੰਘ, ਭੂਸ਼ਣ ਧਿਆਨਪੁਰੀ, ਦਵਿੰਦਰ ਸਤਿਆਰਥੀ। ਤਾਂ ਜਿਹੜੀ ਹਾਸ ਵਿਅੰਗ ਦੀ ਸ਼ੈਲੀ ਵਿੱਚ ਹੀਰ ਰਾਂਝੇ ਬਾਰੇ ਕਾਵਿ ਰਚਨਾ ਕੀਤੀ ਹੈ ਉਹ ਕਹਿੰਦੀ ਹੈ ਸੂਬਾ ਸਿੰਘ। ਕਿਹੜੀ ਰਚਨਾ ਹੈ? ਹੀਰ ਸੂਬਾ ਸਿੰਘ, ਜਿਹੜੀ ਉਹਨੇ ਹਾਸ ਵਿਅੰਗ ਦੀ ਸ਼ੈਲੀ ਵਿੱਚ ਕੀਤੀ ਸੀ। ਅਗਲਾ ਪ੍ਰਸ਼ਨ ਹੈ, ਭਾਈ ਵੀਰ ਸਿੰਘ ਕਿਸ ਕਾਵਿਧਾਰਾ ਦਾ ਕਵੀ ਹੈ? ਰੋਮਾਂਟਿਕ, ਪ੍ਰਗਤੀਵਾਦੀ, ਯਥਾਰਥਵਾਦੀ, ਰਹੱਸਵਾਦੀ। ਭਾਈ ਵੀਰ ਸਿੰਘ ਜਿਹੜਾ ਉਹ ਕੀ ਆ? ਰਹੱਸਵਾਦੀ ਕਵੀ ਸੀ। ਜਸਵੰਤ ਸਿੰਘ ਨੇਕੀ ਕਾਵਿ ਦੀ ਪ੍ਰਮੁੱਖ ਦੇਣ ਹੈ? ਆਧੁਨਿਕ ਸੰਵੇਦਨਾ, ਸੌਂਦਰਯ ਬੋਧ, ਰੂਪ ਪੱਖੋਂ ਜਾਂ ਮਨੋਵਿਗਿਆਨਿਕ ਸੰਵੇਦਨਾ। ਤਾਂ ਜਿਹੜੇ ਜਸਵੰਤ ਸਿੰਘ ਨੇਕੀ ਆ ਉਹਨਾਂ ਦੀ ਜਿਹੜੀ ਪ੍ਰਮੁੱਖ ਦੇਣ ਉਹ ਕੀ ਆ? ਮਨੋਵਿਗਿਆਨਿਕ ਸੰਵੇਦਨਾ। ਜਿਹੜੀ ਜਸਵੰਤ ਸਿੰਘ ਨੇਕੀ ਆ ਉਹ ਨਵ ਰਹੱਸਵਾਦੀ ਕਵੀਆਂ ਵਿੱਚ ਉਹਨਾਂ ਦਾ ਨਾਮ ਆਉਂਦਾ, ਪਰ ਇਹ ਨਹੀਂ ਕਿ ਉਹ ਇਕੱਲਾ ਰਹੱਸਵਾਦੀ ਹੀ ਸੀ। ਉਹ ਕੀ ਆ? ਰਹੱਸਵਾਦ ਅਤੇ ਵਿਗਿਆਨ ਦੇ ਵਿੱਚ ਜਿਹੜਾ ਦਵੰਦ ਆ ਉਹਨੂੰ ਪੇਸ਼ ਕਰਦੇ ਆ। ਫਿਰ ਕੀ ਆ? ਮਨੋਵਿਗਿਆਨਿਕ ਸੰਵੇਦਨਾ। ਆਨੰਦ ਸਾਹਿਬ ਕਿਸ ਗੁਰੂ ਕਵੀ ਦੀ ਕਿਰਤ ਹੈ? ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਜਾਂ ਗੁਰੂ ਅਰਜਨ ਦੇਵ ਜੀ। ਆਨੰਦ ਸਾਹਿਬ ਦੀ ਬਾਣੀ ਜਿਹੜੀ ਆ ਉਹ ਤੀਸਰੇ ਗੁਰੂ ਅਮਰਦਾਸ ਜੀ ਦੀ ਰਚਨਾ ਹੈ। ਨਾਨੀ ਖਸਮ ਕਰੇ, ਦੋਤਾ ਚੱਟੀ ਭਰੇ ਕਿਹੜਾ ਕਾਵਿ ਰੂਪ ਹੈ? ਸਲੋਕ ਆ, ਮੁਹਾਵਰਾ, ਅਖਾਣ ਜਾਂ ਬੁਝਾਰਤ। ਜਿਹੜਾ ਨਾਨੀ ਖਸਮ ਕਰੇ, ਦੋਤਾ ਚੱਟੀ ਭਰੇ ਇਹ ਕੀ ਆ? ਅਖਾਣ। ਅਗਲਾ ਪ੍ਰਸ਼ਨ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ ਕਿਸ ਗੁਰੂ ਕਵੀ ਦੀ ਕਾਵਿ ਟੂਕ ਹੈ? ਗੁਰੂ ਰਾਮਦਾਸ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ ਜਾਂ ਗੁਰੂ ਅੰਗਦ ਦੇਵ ਜੀ। ਇਹ ਜਿਹੜੀ ਕਾਵਿ ਸਤਰ ਆ ਇਹ ਹੈ ਗੁਰੂ ਅੰਗਦ ਦੇਵ ਜੀ ਦੀ। ਤੇ ਗੁਰੂ ਅੰਗਦ ਦੇਵ ਜੀ ਦੀਆਂ ਜ਼ਿਆਦਾਤਰ ਜਿਹੜੀਆਂ ਸਤਰਾਂ ਨੇ ਨਾ ਉਹ ਪ੍ਰਸਿੱਧ ਅਖਾਣਾਂ ਦੇ ਰੂਪ ਵਿੱਚ ਆਮ ਵਰਤੀਆਂ ਜਾਂਦੀਆਂ ਨੇ। ਅਗਲਾ ਪ੍ਰਸ਼ਨ ਹੈ, ਜਿਸ ਨਹੀਂ ਜਾਣਾ ਗਰਾਂ ਉਸ ਦਾ ਕੀ ਲੈਣਾ ਨਾ ਕਿਹੜਾ ਕਾਵਿ ਰੂਪ ਹੈ? ਮੁਹਾਵਰਾ, ਅਖਾਣ, ਬੁਝਾਰਤ ਜਾਂ ਟੱਪੇ। ਇਹ ਹੈ ਅਖਾਣ। ਨਾ ਧੁੱਪੇ ਨਾ ਛਾਵੇਂ ਕਿਸ ਸ਼ਾਹਿਰ ਦੀ ਰਚਨਾ ਹੈ? SS ਮੀਸ਼ਾ, ਹਰਭਜਨ ਸਿੰਘ, ਮੋਹਨ ਸਿੰਘ, ਪ੍ਰੀਤਮ ਸਿੰਘ ਸ਼ਫੀਰ। ਨਾ ਧੁੱਪੇ ਨਾ ਛਾਵੇਂ ਇਹ ਰਚਨਾ ਹੈ ਡਾਕਟਰ ਹਰਭਜਨ ਸਿੰਘ ਦੀ। ਅਗਲਾ ਪ੍ਰਸ਼ਨ ਹੈ, ਪੰਜਾਬੀ ਦੇ ਕਿਸ ਸ਼ਾਇਰ ਨੂੰ ਕਬੀਰ ਪੁਰਸਕਾਰ ਪ੍ਰਾਪਤ ਹੋਇਆ ਸੀ?
ਪ੍ਰੀਤਮ ਸਿੰਘ ਸ਼ਫੀਰ, ਜਸਵੰਤ ਸਿੰਘ ਨੇਕੀ, ਹਰਭਜਨ ਸਿੰਘ ਜਾਂ ਸੱਸਾ ਸੱਸਾ ਮੀਸ਼ਾ। ਇਹਨਾਂ ਸਾਰਿਆਂ ਵਿੱਚੋਂ ਜਿਹੜਾ ਕਬੀਰ ਪੁਰਸਕਾਰ ਆ ਉਹ ਮਿਲਿਆ ਸੀ ਡਾਕਟਰ ਹਰਭਜਨ ਸਿੰਘ ਨੂੰ। ਅਗਲਾ ਪ੍ਰਸ਼ਨ ਹੈ, ਝੂਮਰ ਗੀਤ ਕਿਸ ਵੰਨਗੀ ਵਿੱਚ ਆਉਂਦੇ ਨੇ? ਧਾਰਮਿਕ ਗੀਤ ਆ, ਰੋਮਾਂਟਿਕ ਗੀਤ ਆ, ਨਿਰਤ ਗੀਤ ਆ ਜਾਂ ਸੰਸਕਾਰ ਗੀਤ ਆ? ਤੇ ਜਿਹੜਾ ਝੂਮਰ ਗੀਤ ਆ ਇਹ ਕੀ ਆ? ਇੱਕ ਨਿਰਤ ਗੀਤ ਆ। ਤੇ ਅੱਜ ਦਾ ਪ੍ਰਸ਼ਨ ਜਿਹੜਾ ਤੁਹਾਡੇ ਲਈ ਇਹ ਹੀ ਆ ਕਿ ਝੂਮਰ ਗੀਤ ਜਿਹੜਾ ਇਹ ਕਿਸ ਇਲਾਕੇ ਦਾ ਪ੍ਰਸਿੱਧ ਲੋਕ ਨਾਚ ਹੈ, ਇਹ ਤੁਸੀਂ ਦੱਸਣਾ। ਪਿਛਲੀ ਵੀਡੀਓ ਵਿੱਚ ਤੁਹਾਡੇ ਤੋਂ ਪ੍ਰਸ਼ਨ ਪੁੱਛਿਆ ਸੀ ਕਿ ਅੰਗਰੇਜ਼ੀ ਦੇ ਅੱਖਰਾਂ ਨੂੰ ਜਦੋਂ ਪੰਜਾਬੀ 'ਚ ਲਿਖਦੇ ਆ ਤਾਂ ਕਿਹੜੇ ਚਿੰਨ੍ਹ ਜਾਂ ਕਿਹੜੀ ਲਗਾ ਮਾਤਰਾ ਦੀ ਵਰਤੋਂ ਹੁੰਦੀ ਆ, ਤਾਂ ਉਹ ਕੀ ਸੀ? ਉਹਦਾ ਉੱਤਰ ਇੱਕ ਜਣ ਨੇ ਸਹੀ ਦਿੱਤਾ ਸੀ, ਉਹਦਾ ਨਾਮ ਸੀ ਹਰਜਿੰਦਰ ਸਿੰਘ। ਉਹਨਾਂ ਨੇ ਸਹੀ ਦੱਸਿਆ ਕਿ ਅੰਗਰੇਜ਼ੀ ਦੇ ਵਿੱਚ ਜਿਵੇਂ ਅੱਧਕ ਦੀ ਵਰਤੋਂ ਕੀਤੀ ਜਾਂਦੀ, ਜਦੋਂ ਅੰਗਰੇਜ਼ੀ ਦੇ ਸ਼ਬਦ ਜਿਹੜੇ ਪੰਜਾਬੀ ਵਿੱਚ ਲਿਖਦੇ ਆ, ਪੈਨ ਨੂੰ ਜਿਹੜਾ ਅੰਗਰੇਜ਼ੀ ਦਾ ਸ਼ਬਦ ਆ ਪੰਜਾਬੀ 'ਚ ਲਿਖਿਆ ਤਾਂ ਫਿਰ ਕਿਹਦੀ ਵਰਤੋਂ ਹੋਈ? ਅੱਧਕ ਦੀ। ਇਸੇ ਤਰ੍ਹਾਂ ਹੀ ਜਿਵੇਂ ਪ੍ਰੈਸ, ਇਹ ਵੀ ਅੰਗਰੇਜ਼ੀ ਦਾ ਸ਼ਬਦ ਆ, ਲਿਖਦੇ ਆ ਤਾਂ ਕੀ ਆ? ਅੱਧਕ ਦੀ ਵਰਤੋਂ ਹੁੰਦੀ ਹੈ ਜਦੋਂ ਅੰਗਰੇਜ਼ੀ ਦੇ ਸ਼ਬਦ ਪੰਜਾਬੀ ਦੇ ਵਿੱਚ ਲਿਖਦੇ ਆ। ਤੇ ਅਗਲਾ ਪ੍ਰਸ਼ਨ ਹੈ, ਸੌਂਚੀ ਪੱਕੀ ਇਹ ਕੀ ਹੁੰਦੀ ਆ? ਲੋਕ ਗੀਤ ਆ, ਖੇਡ ਆ, ਰਸਮ ਆ ਜਾਂ ਨਿਰਤ ਆ? ਸੌਂਚੀ ਇਹ ਕੀ ਆ? ਇੱਕ ਲੋਕ ਖੇਡ ਆ। ਅਗਲਾ ਪ੍ਰਸ਼ਨ ਹੈ, ਪੰਜਾਬੀ ਆਲੋਚਨਾ ਵਿੱਚ ਸੰਰਚਨਾਵਾਦੀ ਆਲੋਚਨਾ ਦਾ ਮੋਢੀ ਕੌਣ ਹੈ? ਅਤਰ ਸਿੰਘ, ਸੰਤ ਸਿੰਘ ਸੇਖੋਂ, ਹਰਭਜਨ ਸਿੰਘ ਜਾਂ ਸਤਿੰਦਰ ਸਿੰਘ ਨੂਰ? ਪੰਜਾਬੀ ਦੇ ਵਿੱਚ ਜਿਹੜੀ ਆਲੋਚਨਾ ਵਿੱਚ ਸੰਰਚਨਾਵਾਦੀ ਆਲੋਚਨਾ, ਇਸ ਦਾ ਮੋਢੀ ਕੌਣ ਆ? ਡਾਕਟਰ ਹਰਭਜਨ ਸਿੰਘ। ਅੱਗੇ ਹੈ, ਜਾਪ ਸਾਹਿਬ ਦੇ ਕਰਤਾ ਕੌਣ ਨੇ? ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਅਮਰਦਾਸ ਜੀ। ਇਹ ਪ੍ਰਸ਼ਨ ਆਪਾਂ ਅੱਗੇ ਵੀ ਕੀਤਾ ਹੈ ਤਾਂ ਤੁਹਾਨੂੰ ਆਉਂਦਾ ਹੀ ਹੋਊਗਾ। ਜਿਹੜੀ ਜਾਪ ਸਾਹਿਬ ਬਾਣੀ ਹੈ ਇਹ ਕਿਹਦੀ ਆ? ਗੁਰੂ ਗੋਬਿੰਦ ਸਿੰਘ ਜੀ ਦੀ। ਤੇ ਗੁਰੂ ਨਾਨਕ ਦੇਵ ਜੀ ਦੀ ਫਿਰ ਕੀ ਆ? ਜਪ ਸਾਹਿਬ। ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਕਿਹੜਾ ਹੈ? ਮੁਗਲ ਕਾਲ, ਮਹਾਰਾਜਾ ਰਣਜੀਤ ਸਿੰਘ ਕਾਲ, ਮਗਰਲਾ ਨਾਨਕ ਕਾਲ ਜਾਂ ਵਾਰਿਸ ਕਾਲ? ਪੰਜਾਬੀ ਸਾਹਿਤ ਦਾ ਜਿਹੜਾ ਸੁਨਹਿਰੀ ਕਾਲ ਉਹ ਕਿਹੜਾ? ਮਗਰਲਾ ਨਾਨਕ ਕਾਲ। ਅੱਗੇ ਹੈ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਕਾਵਿ ਸਤਰਾਂ ਕਿਸ ਦੀਆਂ ਨੇ? ਮੋਹਨ ਸਿੰਘ ਦੀਆਂ, ਭਾਈ ਵੀਰ ਸਿੰਘ ਦੀਆਂ, ਧਨੀ ਰਾਮ ਚਾਤ੍ਰਿਕ ਦੀਆਂ ਜਾਂ ਕਿਰਪਾ ਸਾਗਰ ਦੀਆਂ? ਤਾਂ ਇਹ ਸਤਰਾਂ ਨੇ ਭਾਈ ਵੀਰ ਸਿੰਘ ਦੀਆਂ। ਅੱਗੇ ਹੈ, ਭਾਈ ਵੀਰ ਸਿੰਘ ਨੂੰ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ ਸੀ? ਉਹ ਕਿਹੜੀ ਰਚਨਾ ਲਈ ਮਿਲਿਆ ਸੀ? ਮੇਰੇ ਸਾਈਆਂ ਜੀਓ, ਰਾਣਾ ਸੂਰਤ ਸਿੰਘ, ਮਟਕ ਹੁਲਾਰੇ, ਲਹਿਰਾਂ ਦੇ ਹਾਰ। ਇਹ ਸਾਰੀਆਂ ਰਚਨਾਵਾਂ ਭਾਈ ਵੀਰ ਸਿੰਘ ਦੀਆਂ। ਤੇ ਕਿਹੜੀ ਰਚਨਾ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ? ਤਾਂ ਭਾਈ ਵੀਰ ਸਿੰਘ ਨੂੰ ਜਿਹੜਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਮੇਰੇ ਸਾਈਆਂ ਜੀਓ ਲਈ, ਤੇ ਮਿਲਿਆ ਕਦੋਂ ਸੀ? 1955 ਦੇ ਵਿੱਚ। ਅੱਗੇ ਪ੍ਰਸ਼ਨ ਹੈ, ਨਾਨਕ ਸਿੰਘ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਕਿਹੜੀ ਰਚਨਾ ਲਈ ਮਿਲਿਆ ਸੀ? ਮਤਰੇਈ ਮਾਂ, ਚਿੱਟਾ ਲਹੂ, ਇੱਕ ਮਿਆਨ ਦੋ ਤਲਵਾਰਾਂ, ਮਿੱਠਾ ਮੌਰਾ। ਨਾਨਕ ਸਿੰਘ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਇੱਕ ਮਿਆਨ ਦੋ ਤਲਵਾਰਾਂ ਦੇ ਲਈ। ਅੱਗੇ ਹੈ, ਬਲਵੰਤ ਗਾਰਗੀ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ? ਉਹ ਕਿਹੜੀ ਰਚਨਾ ਲਈ ਮਿਲਿਆ ਸੀ? ਲੋਹਾ ਕੁੱਟ, ਰੰਗਮੰਚ, ਕਣਕ ਦੀ ਬੱਲੀ ਜਾਂ ਕੇਸਰੋ? ਤਾਂ ਜਿਹੜਾ ਬਲਵੰਤ ਗਾਰਗੀ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਰੰਗਮੰਚ ਰਚਨਾ ਦੇ ਲਈ। ਅਗਲਾ ਪ੍ਰਸ਼ਨ ਹੈ, ਰਾਜਕੁਮਾਰੀ ਲਤਿਕਾ ਰਚਨਾ ਕਿਸ ਦੀ ਹੈ? ਸੁਜਾਨ ਸਿੰਘ ਦੀ, ਗੁਰਬਖਸ਼ ਸਿੰਘ ਪ੍ਰੀਤਲੜੀ ਦੀ, ਨਾਨਕ ਸਿੰਘ ਦੀ ਜਾਂ ਅਮਰਤਾ
ਪ੍ਰੀਤਮ ਦੀ। ਤਾਂ ਜਿਹੜੀ ਰਾਜਕੁਮਾਰੀ ਲਤਿਕਾ ਰਚਨਾ ਹੈ ਇਹ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਦੀ। ਇਹਨਾਂ ਵਿੱਚੋਂ ਪੰਜਾਬੀ ਦਾ ਮਾਰਕਸਵਾਦੀ ਲੇਖਕ ਕਿਹੜਾ ਹੈ? ਕਰਤਾਰ ਸਿੰਘ ਦੁੱਗਲ, ਸੰਤ ਸਿੰਘ ਸੇਖੋਂ, ਗੁਰਦਿਆਲ ਸਿੰਘ, ਅਜੀਤ ਕੌਰ। ਤਾਂ ਇਹਨਾਂ ਵਿੱਚੋਂ ਜਿਹੜਾ ਪੰਜਾਬੀ ਦਾ ਮਾਰਕਸਵਾਦੀ ਲੇਖਕ ਆ ਉਹ ਕਿਹੜਾ ਹੈ? ਸੰਤ ਸਿੰਘ ਸੇਖੋਂ। ਰਾਜਾ ਲਖਦਾਤਾ ਸਿੰਘ ਨਾਟਕ ਹੈ ਨਾਨਕ ਸਿੰਘ ਦਾ, ਕਿਰਪਾ ਸਾਗਰ ਦਾ, ਭਾਈ ਵੀਰ ਸਿੰਘ ਦਾ ਜਾਂ ਹਰਿੰਦਰ ਸਿੰਘ ਰੂਪ ਦਾ। ਤਾਂ ਇਹਦਾ ਸਹੀ ਉੱਤਰ ਹੈ ਰਾਜਾ ਲਖਦਾਤਾ ਸਿੰਘ ਨਾਟਕ ਹੈ ਭਾਈ ਵੀਰ ਸਿੰਘ ਦਾ। ਅੱਗੇ ਲਾਸਟ ਪ੍ਰਸ਼ਨ, ਕੂੜਾ ਕਬਾੜ ਰਚਨਾ ਕਿਸ ਦੀ ਹੈ? ਅਜੀਤ ਕੌਰ ਦੀ, ਅੰਮ੍ਰਿਤਾ ਪ੍ਰੀਤਮ ਦੀ, ਦਲੀਪ ਕੌਰ ਟਿਵਾਣਾ ਦੀ, ਬਚਿੰਤ ਕੌਰ ਦੀ। ਤਾਂ ਕੂੜਾ ਕਬਾੜ ਜਿਹੜੀ ਸਵੈ ਜੀਵਨੀ ਹੈ ਇਹ ਹੈ ਅਜੀਤ ਕੌਰ ਦੀ। ਇਹ ਸੀ ਸਾਡੇ ਅੱਜ ਦੇ ਪ੍ਰਸ਼ਨ। ਜੇ ਇਹਨਾਂ ਵਿੱਚੋਂ ਤੁਹਾਡੇ 10-11 ਨੰਬਰ ਆ ਜਾਂਦੇ ਤਾਂ ਸਮਝੋ ਤੁਹਾਡੀ ਵਧੀਆ ਤਿਆਰੀ, ਜੇ ਘੱਟ ਆਉਂਦੇ ਫਿਰ ਤੁਹਾਨੂੰ ਹੋਰ ਤਿਆਰੀ ਦੀ ਲੋੜ ਆ। ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ। ਥੈਂਕ ਯੂ।